ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਇਸ ਤੋਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਨੀਲ ਕਮਲ ਕਹਾਣੀ ਪੜ੍ਹ ਚੁੱਕੇ ਹਾਂ, ਜੋ ਕਿ ਪਹਿਲੀ ਪਰੀ ਕਥਾ ਸੀ ਸਾਡੇ ਸਿਲੇਬਸ ਦੀ। ਤੇ ਹੁਣ ਅਸੀਂ ਸਬਜ਼ ਪਰੀ ਬਾਰੇ ਪੜਾਂਗੇ। ਤੇ ਚਲੋ ਸ਼ੁਰੂ ਕਰਦੇ ਹਾਂ। ਸਬਜ਼ ਪਰੀ ਕਹਾਣੀ ਦਾ ਸਾਰ। ਇੱਕ ਰਾਜੇ ਦੇ 3 ਪੁੱਤਰਾਂ ਵਿੱਚੋਂ ਇੱਕ, ਜਿਸ ਦਾ ਨਾਮ ਮੀਰਜ਼ਾਦਾ ਸੀ, ਅਜੇ ਕੁਆਰਾ ਸੀ ਤੇ ਉਸ ਦੀ ਭਰਜਾਈ ਨੇ ਉਸ ਨੂੰ ਆਪਣੀ ਭੈਣ ਨਾਲ ਵਿਆਹ ਕਰਨ ਲਈ ਨਾ ਮੰਨਦਾ ਦੇਖ ਕੇ ਤਾਨਾ ਮਾਰਿਆ ਕਿ ਉਹ ਦੇਖੇਗੀ ਜਦੋਂ ਉਹ ਕੋਈ ਸਬਜ਼ ਪਰੀ ਵਿਆਹ ਕੇ ਲਿਆਵੇਗਾ। ਤੇ ਮੀਰਜ਼ਾਦੇ ਨੇ ਗੁੱਸੇ ਨਾਲ ਕਿਹਾ ਕਿ ਉਹ ਸਬਜ਼ ਪਰੀ ਹੀ ਵਿਆਹ ਕੇ ਲਿਆਵੇਗਾ। ਤੇ ਮੀਰਜ਼ਾਦਾ ਘੋੜੇ ਉੱਤੇ ਚੜ੍ਹ ਕੇ ਸਬਜ਼ ਪਰੀ ਨੂੰ ਲੱਭਣ ਲਈ ਚੱਲ ਪਿਆ। ਜੰਗਲ ਵਿੱਚ ਜਦੋਂ ਆਰਾਮ ਕਰਨ ਲੱਗਾ ਤੇ ਇੱਕ ਵੱਡੇ ਸੱਪ ਨੇ ਉਸ ਉੱਤੇ ਹਮਲਾ ਕਰ ਦਿੱਤਾ, ਪਰ ਮੀਰਜ਼ਾਦੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ। ਉਹ ਸੱਪ ਉੱਥੇ ਦਰਖਤ ਉੱਤੇ ਰਹਿੰਦੇ ਹੰਸ ਤੇ ਹੰਸਨੀ ਦੇ ਬੱਚੇ ਖਾ ਜਾਂਦਾ ਹੁੰਦਾ ਸੀ ਤੇ ਉਹਨਾਂ ਮੀਰਜ਼ਾਦੇ ਦੇ ਉਪਕਾਰ ਦਾ ਬਦਲਾ ਚੁਕਾਉਣ ਲਈ ਕੋਈ ਮਦਦ ਪੁੱਛੀ ਤਾਂ ਉਸਨੇ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਆਪਣੀ ਇੱਛਾ ਹੰਸ ਤੇ ਹੰਸਨੀ ਨੂੰ ਦੱਸੀ। ਹੰਸ ਹੰਸਨੀ ਉੜਦੇ ਉੜਦੇ ਕਈ ਵਾਰ ਸਬਜ਼ ਪਰੀ ਦੇ ਦੇਸ਼ ਗਏ ਸਨ ਤੇ ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ ਉੱਪਰ ਬਿਠਾ ਕੇ ਕਈ ਦਿਨ ਉੜਦਾ ਰਿਹਾ ਤੇ ਉਸਨੇ ਮੀਰਜ਼ਾਦੇ ਨੂੰ ਇੱਕ ਦਰਖਤ ਹੇਠ ਉਤਾਰ ਕੇ ਦੱਸਿਆ ਕਿ ਉਸ ਤਲਾਅ 'ਤੇ ਨਹਾ ਰਹੀਆਂ ਪਰੀਆਂ ਹੀ ਉਸ ਨੂੰ ਸਬਜ਼ ਪਰੀ ਤੱਕ ਪਹੁੰਚਾ ਸਕਦੀਆਂ ਹਨ। ਉਹ ਮੰਨਣਗੀਆਂ ਤਾਂ ਜੇਕਰ ਉਹ ਕੰਢੇ ਉੱਪਰ ਪਏ ਉਹਨਾਂ ਦੇ ਖੰਭ ਚੁਰਾ ਲਵੇ ਤੇ ਫਿਰ ਉਹ ਉਹਨਾਂ ਨੂੰ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਸ਼ਰਤ ਉੱਤੇ ਵਾਪਸ ਕਰੇ। ਤਾਂ ਮੀਰਜ਼ਾਦੇ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਤਲਾਅ ਤੋਂ ਬਾਹਰ ਆ ਕੇ ਖੰਭ ਮੰਗਦੀਆਂ ਪਰੀਆਂ ਤੋਂ ਆਪਣੀ ਸ਼ਰਤ ਮਨਵਾ ਕੇ ਇੱਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਸਬਜ਼ ਪਰੀ ਕੋਲ ਪਹੁੰਚੀ ਤਾਂ ਉਹ ਇੰਨੀ ਦੂਰ ਕਿਸੇ ਸੋਹਣੇ ਕਿਸੇ ਲੜਕੇ ਦੇ ਪਹੁੰਚਣ 'ਤੇ ਬਹੁਤ ਹੀ ਹੈਰਾਨ ਹੋਈ ਤੇ ਉਹ ਸੋਹਣੇ ਸੁਨੱਖੇ ਮੀਰਜ਼ਾਦੇ ਕੋਲ ਪਹੁੰਚੀ ਤੇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ। ਤੇ ਉਹਨੇ ਆਪਣੇ ਖੰਭ ਉਤਾਰ ਕੇ ਤੇ ਪਰੀਆਂ ਵਾਲੇ ਕੱਪੜੇ ਪਾ ਲਏ ਤੇ ਹੁਣ ਉਹਦੇ ਵਿੱਚ ਪਹਿਲਾਂ ਵਰਗੀ ਉੱਡਣ ਸ਼ਕਤੀ ਵੀ ਨਹੀਂ ਸੀ ਰਹੀ ਤੇ ਹੰਸ ਦੋਨਾਂ ਨੂੰ ਲੈ ਕੇ ਉੱਡ ਨਹੀਂ ਸੀ ਸਕਦਾ ਤੇ ਤਿੰਨੇ ਇੱਕ ਬੇੜੀ ਵਿੱਚ ਸਵਾਰ ਹੋ ਕੇ ਸਮੁੰਦਰ ਰਾਹੀਂ ਮੀਰਜ਼ਾਦੇ ਦੇ ਦੇਸ਼ ਨੂੰ ਚੱਲ ਪਏ। ਪਰ ਰਸਤੇ ਵਿੱਚ ਆਏ ਭਿਆਨਕ ਤੂਫਾਨ ਵਿੱਚ ਬੇੜੀ ਦੇ ਡੁੱਬਣ ਕਾਰਨ ਤਿੰਨੇ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਵਿੱਚ ਜਾ ਪੁੱਜੀ ਤੇ ਮੀਰਜ਼ਾਦਾ ਦੂਜੇ ਸ਼ਹਿਰ ਵਿੱਚ। ਇੱਕ ਕੰਢੇ ਉੱਪਰ ਪੁੱਜੇ ਹੰਸ ਨੇ ਉਹਨਾਂ ਨੂੰ ਲੱਭਣ ਦਾ ਫੈਸਲਾ ਕੀਤਾ ਤੇ ਲੋਕਾਂ ਰਾਹੀਂ ਸਬਜ਼ ਪਰੀ ਦੀ ਖੂਬਸੂਰਤੀ ਸੀ ਜਿਹੜੀ ਉਹ ਰਾਜੇ ਤੱਕ ਪੁੱਜੀ ਤੇ ਉਸਨੇ ਉਸ ਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਾਉਣ ਲਈ ਕਿਹਾ। ਪਰ ਉਸਨੇ ਉੱਤਰ ਦਿੱਤਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ ਤੇ ਉਸਨੇ ਰਾਜੇ ਤੋਂ 1 ਸਾਲ ਦੀ ਮੋਹਲਤ ਮੰਗੀ ਵੀ 1 ਸਾਲ ਦੇ ਦਿਓ ਮੈਨੂੰ ਤੇ ਉਸ ਤੋਂ ਬਾਅਦ 'ਚ ਫਿਰ ਵਿਆਹ ਕਰਵਾ ਲਿਓ ਚਾਹੇ। ਤੇ ਸਬਜ਼ ਪਰੀ ਨੇ ਮੀਰਜ਼ਾਦੇ ਤੇ ਹੰਸ ਨੂੰ ਲੱਭਣ ਲਈ ਆਪਣੇ ਮਹਿਲ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ-ਭਾਂਤ ਦੇ ਚੋਗੇ ਖਿਲਾਰ ਦਿੱਤੇ ਤੇ ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਲਾ ਦਿੱਤਾ। ਬਹੁਤ ਸਾਰੇ ਪੰਛੀ ਉੱਥੇ ਚੋਗ ਚੁਗਣ ਆਉਂਦੇ ਤੇ ਇੱਕ ਦਿਨ ਭੁੱਖਣ ਭਾਣੇ ਉੜਦੇ ਹੰਸ ਨੂੰ ਪੰਛੀਆਂ ਤੋਂ ਉੱਪਰ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਿਆ। ਇੱਥੇ ਸਬਜ਼ ਪਰੀ ਨੇ ਉਸ ਨੂੰ ਦੇਖ ਕੇ ਪਛਾਣ ਲਿਆ ਤੇ ਦੋਵੇਂ ਮਿਲ ਕੇ ਬੜੇ ਖੁਸ਼ ਹੋਏ ਤੇ ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ। ਤੇ ਉੱਧਰ ਭੁੱਖਣ ਭਾਣਾ ਮੀਰਜ਼ਾਦਾ ਵੀ ਇੱਕ ਭਠਿਆਰਨ ਤੋਂ ਕੁਝ ਖਾਣ ਲਈ ਲੈ ਕੇ ਉਸ ਨੂੰ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆ ਦਿੰਦਾ ਸੀ। ਤੇ ਇੱਕ ਦਿਨ ਹੰਸ ਨੇ ਉਸ ਨੂੰ ਜੰਗਲ ਵਿੱਚ ਪਛਾਣ ਲਿਆ ਤੇ ਉਹ ਉਸ ਦੇ ਖੰਭਾਂ ਉੱਪਰ ਬੈਠ ਕੇ ਸਬਜ਼ ਪਰੀ ਕੋਲ ਪੁੱਜਾ ਤੇ ਹੰਸ ਦੀ ਮਦਦ ਨਾਲ ਮੀਰਜ਼ਾਦਾ ਤੇ ਸਬਜ਼ ਪਰੀ ਰਾਜੇ ਤੋਂ ਚੋਰੀ ਨਿਕਲ ਤੁਰੇ ਤੇ ਆਪਣੇ ਸ਼ਹਿਰ ਕੋਲ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕੀਤਾ ਤੇ ਨਾਲ ਹੀ ਮੀਰਜ਼ਾਦੇ ਨੇ ਆਪਣੇ ਬਾਪ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ ਤੇ ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ। ਤੇ ਉਹ ਦੋਵੇਂ ਇੱਕ ਬਾਗ ਵਿੱਚ ਆਰਾਮ ਕਰਨ ਲੱਗੇ ਤੇ ਸਬਜ਼ ਪਰੀ ਨੂੰ ਪਿਆਸ ਲੱਗੀ ਤੇ ਉਹ ਖੂਹ ਉੱਤੇ ਪਾਣੀ ਪੀਣ ਗਈ। ਉੱਥੇ ਇੱਕ ਬੜੀ ਚਲਾਕ ਮਾਲਣ ਸੀ। ਜਦੋਂ ਉਸ ਨੂੰ ਸਬਜ਼ ਪਰੀ ਬਾਰੇ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਉਸਨੇ ਬੜੀ ਚਲਾਕੀ ਦੇ ਨਾਲ ਉਹਨੂੰ ਕਿਹਾ ਵੀ ਤੂੰ ਬੇਫਿਕਰ ਹੋ ਕੇ ਨਹਾ ਲਾ। ਤੇ ਜਦੋਂ ਉਹ ਨਹਾਉਣ ਲੱਗੀ ਤਾਂ ਮਾਲਣ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਤੇ ਮਾਲਣ ਸਬਜ਼ ਪਰੀ ਦੇ ਕੱਪੜੇ ਪਾ ਕੇ ਤੇ ਉਸ ਵਾਂਗ ਹੀ ਹਾਰ ਸ਼ਿੰਗਾਰ ਕਰਕੇ ਮੀਰਜ਼ਾਦੇ ਕੋਲ ਆ ਗਈ। ਤੇ ਮੀਰਜ਼ਾਦੇ ਨੇ ਜਦੋਂ ਉਸ ਦੇ ਰੰਗ ਰੂਪ ਵੱਲ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਇੱਕ ਸੱਪ ਨੇ ਡੰਗ ਮਾਰਿਆ ਹੈ ਜਿਸ ਨਾਲ ਉਸ ਦਾ ਰੰਗ ਕਾਲਾ ਹੋ ਗਿਆ ਹੈ, ਪਰ ਕੁਝ ਸਮੇਂ ਮਗਰੋਂ ਆਪੇ ਠੀਕ ਹੋ ਜਾਵੇਗਾ। ਤੇ ਮੀਰਜ਼ਾਦੇ ਦਾ ਪਿਤਾ ਵੀ ਜਿਹੜਾ ਸੀ ਉਹ ਵਾਜਾਂ ਗਾਜਾਂ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਮਹਿਲਾਂ ਵਿੱਚ ਲੈ ਗਿਆ। ਸਾਰੇ ਨੂੰਹ ਦੇ ਕੱਪੜੇ ਦੇਖ ਕੇ ਤਾਂ ਵਾਹ-ਵਾਹ ਕਰਦੇ ਰਹੇ, ਪਰ ਮੀਰਜ਼ਾਦਾ ਬੜਾ ਉਦਾਸ ਸੀ ਤੇ ਉਸ ਨੂੰ ਸਬਜ਼ ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ।
ਇੱਕ ਦਿਨ ਮੀਰਜ਼ਾਦਾ ਖੂਹ ਦੇ ਨੇੜੇ ਘੁੰਮ ਰਿਹਾ ਸੀ ਜਿੱਥੇ ਮਾਲਣ ਨੇ ਸਬਜ਼ ਪਰੀ ਨੂੰ ਧੱਕਾ ਦਿੱਤਾ ਸੀ। ਉੱਥੇ ਉਸਨੇ ਇੱਕ ਸੱਪ ਦੇਖਿਆ ਤੇ ਮੀਰਜ਼ਾਦੇ ਨੇ ਸਮਝਿਆ ਕਿ ਇਸੇ ਨੇ ਹੀ ਸਬਜ਼ ਪਰੀ ਨੂੰ ਡੰਗਿਆ ਸੀ। ਉਹ ਉਸਦੇ ਮਗਰ ਖੂਹ ਵਿੱਚ ਗਿਆ। ਖੂਹ ਵਿੱਚ ਉਸਨੇ ਬਹੁਤ ਹੀ ਸੁੰਦਰ ਫੁੱਲ ਦੇਖਿਆ। ਜਦੋਂ ਮੀਰਜ਼ਾਦਾ ਉਸ ਨੂੰ ਤੋੜਨ ਲਈ ਅੱਗੇ ਹੱਥ ਕਰਦਾ ਤਾਂ ਉਹ ਨੀਵਾਂ ਹੋ ਜਾਂਦਾ ਤੇ ਜਦੋਂ ਹੱਥ ਪਿੱਛੇ ਕਰਦਾ ਤਾਂ ਉਹ ਉੱਚਾ ਹੋ ਜਾਂਦਾ। ਤੇ ਜਦੋਂ ਮੀਰਜ਼ਾਦਾ ਮੁੜਨ ਲੱਗਾ ਤਾਂ ਫੁੱਲ ਆਪਣੇ ਆਪ ਹੀ ਉਸਦੇ ਹੱਥ ਵਿੱਚ ਆ ਗਿਆ ਤੇ ਉਹ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਿਆ। ਤੇ ਜਦੋਂ ਮਾਲਣ ਨੇ ਉਸ ਅਲੌਕਿਕ ਫੁੱਲ ਨੂੰ ਦੇਖਿਆ ਤਾਂ ਉਹ ਸਮਝ ਗਈ ਕਿ ਇਹ ਸਬਜ਼ ਪਰੀ ਦੀ ਹੀ ਕੋਈ ਚਾਲ ਹੈ ਤੇ ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ ਉੱਚੀ ਰੋਂਦੀ ਹੋਈ ਕਹਿਣ ਲੱਗੀ ਕਿ ਉਸਦੇ ਸਿਰ ਪੀੜ ਹੋਣ ਲੱਗ ਪਈ ਹੈ ਤੇ ਇਹ ਫੁੱਲ ਨਹਿਸ਼ ਹੈ ਤੇ ਉਸ ਨੂੰ ਜੰਗਲ ਵਿੱਚ ਸੁੱਟ ਦਿਓ। ਮੀਰਜ਼ਾਦੇ ਨੇ ਇੰਝ ਹੀ ਕੀਤਾ ਤੇ ਕੁਝ ਦਿਨਾਂ ਮਗਰੋਂ ਮੀਰਜ਼ਾਦਾ ਸ਼ਿਕਾਰ ਖੇਡਦਾ ਜੰਗਲ ਵਿੱਚ ਪੁੱਜਾ ਤਾਂ ਉਸਨੇ ਦੇਖਿਆ ਕਿ ਜਿੱਥੇ ਉਸਨੇ ਫੁੱਲ ਸੁੱਟਿਆ ਸੀ ਉੱਥੇ ਫੁੱਲਾਂ ਦਾ ਇੱਕ ਬਹੁਤ ਹੀ ਸੁੰਦਰ ਬਗੀਚਾ ਬਣਿਆ ਹੋਇਆ ਸੀ। ਤੇ ਕੁਝ ਦੇਰ ਉੱਥੇ ਬੈਠਣ ਮਗਰੋਂ ਉਸਦੀ ਅੱਖ ਲੱਗ ਗਈ ਤੇ ਉਸਦੇ ਕੰਨਾਂ ਵਿੱਚ ਨੱਚਣ ਤੇ ਗਾਉਣ ਦੀ ਆਵਾਜ਼ ਆਉਣ ਲੱਗੀ ਤੇ ਉਸਨੇ ਦੇਖਿਆ ਕਿ ਬਹੁਤ ਸਾਰੀਆਂ ਪਰੀਆਂ ਜਿਹੜੀਆਂ ਉਹ ਨੱਚ ਰਹੀਆਂ ਹਨ। ਤੇ ਜਦੋਂ ਉਹ ਉੱਡਣ ਲੱਗੀਆਂ ਤਾਂ ਇੱਕ ਪਰੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਆਦਮ ਜਾਤ ਉੱਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਬੜੇ ਧੋਖੇਬਾਜ਼ ਹੁੰਦੇ ਆ। ਆਦਮ ਜਾਤ ਕਿਹਨੂੰ ਕਿਹਾ ਉਹਨੇ? ਮੀਰਜ਼ਾਦੇ ਨੂੰ ਕਿਹਾ ਸੀ ਨਾ ਇੱਥੇ, ਠੀਕ ਹੈ। ਤੇ ਮੀਰਜ਼ਾਦੇ ਨੇ ਸਬਜ਼ ਪਰੀ ਦੀ ਆਵਾਜ਼ ਪਛਾਣ ਲਈ ਤੇ ਉਸਨੇ ਪੁੱਛਿਆ ਕਿ ਜੇ ਉਹ ਇੱਥੇ ਹੈ ਤਾਂ ਉਸਦੇ ਕੋਲ ਕੌਣ ਰਹਿ ਰਿਹਾ ਹੈ। ਤੇ ਸਬਜ਼ ਪਰੀ ਨੇ ਕਿਹਾ ਕਿ ਉਸਨੇ ਉਸਦੇ ਪਿੱਛੇ ਆਪਣਾ ਦੇਸ਼ ਤੇ ਸੁੱਖ ਚੈਨ ਸਭ ਕੁਝ ਛੱਡ ਦਿੱਤਾ ਸੀ, ਪਰ ਉਹਨੂੰ ਮਾਲਣ ਤੇ ਸਬਜ਼ ਪਰੀ ਵਿੱਚ ਫਰਕ ਹੀ ਸਮਝ ਨਹੀਂ ਆਇਆ। ਉਹ ਫੁੱਲ ਬਣ ਕੇ ਉਸਦੇ ਕੋਲ ਆਈ ਤਾਂ ਉਸਨੇ ਉਸਨੂੰ ਬਾਹਰ ਸੁੱਟ ਦਿੱਤਾ। ਇਹ ਕਹਿ ਕੇ ਉਸਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਤੇ ਮੀਰਜ਼ਾਦੇ ਨੂੰ ਗੁੱਸਾ ਚੜ੍ਹਿਆ ਤੇ ਉਸਨੇ ਜਾ ਕੇ ਘਰੋਂ ਮਾਲਣ ਨੂੰ ਬਾਹਰ ਕੱਢ ਦਿੱਤਾ ਤੇ ਸਬਜ਼ ਪਰੀ ਦੇ ਨਾਲ ਉਹ ਖੁਸ਼-ਖੁਸ਼ ਰਹਿਣ ਲੱਗਾ। ਇਹ ਸੀਗੀ ਕਹਾਣੀ ਸਬਜ਼ ਪਰੀ ਦੀ। ਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਸ ਦੇ ਕੁਐਸਚਨ ਆਨਸਰ ਲੈ ਕੇ। ਤਦ ਤੱਕ ਲਈ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਕੋਲ ਵੀ ਪਹੁੰਚ ਸਕੇ।